ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਦੇ ਵਿੱਚ ਵਸਦੀ ਹੋਈ ਗੁਰਮੁਖ ਗੁਰੂ ਪਿਆਰੀ ਰੂਹ ਜੋ ਵੀ ਹੈ ਉਹ ਪਰਮਾਤਮਾ ਨੂੰ ਸਮਰਪਿਤ ਹੈ, ਔਰ ਪਰਮਾਤਮਾ ਦੁਆਰਾ ਇਸ ਸੰਸਾਰ ਦੇ ਵਿੱਚ ਜੋ ਜੀਵ ਜਾਤੀ ਪੈਦਾ ਕੀਤੀ ਗਈ ਉਸ ਦੇ ਵਿੱਚ ਗੁਰਮੁਖ ਜੋ ਪਰਮਾਤਮਾ ਨੂੰ ਮੰਨਣ ਵਾਲੇ ਹੈ, ਔਰ ਮਨਮੁਖ ਜੋ ਪਰਮਾਤਮਾ ਤੋਂ ਭੁੱਲੇ ਹੋਏ ਮਨ ਦੀ ਮਰਜ਼ੀ ਦੇ ਮੁਤਾਬਕ ਆਪਣਾ ਜੀਵਨ ਜਿਉਂਦੇ ਹੈ। ਇਹ ਦੋ ਜੀਵ ਦੀਆਂ ਜੋ ਹੈ ਰਚਨਾਵਾਂ, ਜੋ ਜੀਵ ਦੇ ਪਕਸ਼ ਹੈ, ਜੋ ਜੀਵ ਦਾ ਜੀਵਨ ਹੈ, ਇਹ ਦੋ ਤਰੀਕੇ ਨਾਲ ਜੀ ਰਿਹਾ ਸੰਸਾਰ ਦੇ ਵਿੱਚ। ਤੋ ਸਾਧ ਸੰਗਤ ਜੀ, ਇਹ ਜੀਵ ਆਇਆ ਇਸ ਸੰਸਾਰ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ ਸੀ। ਸਤਿਗੁਰੂ ਨੇ ਸੁਖਮਨੀ ਸਾਹਿਬ ਦੇ ਵਿੱਚ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਸਗਲ ਮਤਾਂਤ ਕੇਵਲ ਹਰਿ ਨਾਮ। ਫਿਰ ਸੁਖਮਨੀ ਸਾਹਿਬ ਦੇ ਅਖੀਰ ਦੇ ਉੱਤੇ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਭਾਵ ਸੁਖਮਨੀ ਇੱਕ ਪਰਮਾਤਮਾ ਦਾ ਨਾਮ ਹੈ, ਸੁੱਖਾਂ ਦੀ ਮਣੀ ਹੈ। ਇਹ ਬਾਣੀ ਪਰਮਾਤਮਾ ਦਾ ਨਾਮ ਹੈ, ਕਿਉਂਕਿ ਗੁਰਬਾਣੀ ਸਾਰੀ ਹੀ ਪਰਮਾਤਮਾ ਦਾ ਨਾਮ ਹੈ। ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਕੋਈ ਵਿਸ਼ੇਸ਼ ਨਹੀਂ ਹੈ, ਇੱਕ ਭਾਵ ਹੈ ਪਰਮਾਤਮਾ ਨੂੰ ਸਮਰਪਿਤ ਹੋਣ ਦਾ। ਇਸ ਤਰ੍ਹਾਂ ਦੇ ਨਾਲ ਜੋ ਗੁਰਬਾਣੀ ਸਾਨੂੰ ਸੁਖਮਨੀ ਸਾਹਿਬ ਦੀ ਦੱਸਦੀ ਹੈ, ਉਹ ਵੀ ਇਹ ਦੱਸਦੀ ਹੈ ਕਿ ਭਾਈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਇਹ ਅੰਮ੍ਰਿਤ ਹੈ, ਪਰਮਾਤਮਾ ਦਾ ਨਾਮ ਹੈ। ਔਰ ਭਗਤ ਜਨਾ ਕੈ ਮਨ ਵਿਸਰਾਮ, ਇਸ ਗੁਰਬਾਣੀ ਦੇ ਨਾਮ ਸਿਮਰਨ ਕਰਿਆ ਭਗਤ ਜਨਾਂ ਦੇ ਮਨ ਦੇ ਵਿੱਚ ਵਿਸ਼ਰਾਮ ਆ ਜਾਂਦਾ, ਟਿਕਾ ਆ ਜਾਂਦਾ, ਭਾਵ ਬੰਧਨਾਂ ਤੋਂ ਮੁਕਤੀ ਹੋ ਜਾਂਦੀ ਹੈ, ਪਰਮਾਤਮਾ ਦੇ ਚਰਨਾਂ ਦੇ ਵਿੱਚ ਵਾਸਾ ਹੋ ਜਾਂਦਾ, ਪਰਮਾਤਮਾ ਦੇ ਦਰਸ਼ਦਾਰੇ ਹੋ ਜਾਂਦੇ। ਹੁਣ ਸਾਧ ਸੰਗਤ ਜੀ, ਸਾਰੇ ਸੰਸਾਰ ਦੇ ਵਿੱਚ 23 ਅਵਤਾਰ ਅੱਜ ਤੱਕ ਆ ਚੁੱਕੇ ਆ, ਔਰ 24ਵਾਂ ਨੇਕਲੰਕ ਅਵਤਾਰ ਜਿਹੜਾ ਹੈ ਉਹ ਹਾਲੇ ਪ੍ਰਗਟ ਨਹੀਂ ਹੋਇਆ। ਚਾਹੇ ਉਹ ਇਸ ਸ੍ਰਿਸ਼ਟੀ ਦੇ ਉੱਤੇ ਬੇਸ਼ੱਕ ਬਿਰਾਜਮਾਨ ਹੋਵੇ, ਪਰ ਪ੍ਰਗਟ ਨਹੀਂ ਹੋਇਆ। ਤੋ ਸਾਧ ਸੰਗਤ ਜੀ, ਕੱਛ ਮੱਛ ਵਰਾਹ ਤੋਂ ਲੈ ਕੇ ਵਿਸ਼ਨੂੰ ਹਰੀ ਵਾਸੂਦੇਵ ਰਾਮਚੰਦਰ ਕ੍ਰਿਸ਼ਨ, ਉਸ ਤੋਂ ਬਾਅਦ ਪਰਸ਼ੁਰਾਮ ਵੀ ਅਵਤਾਰ ਹੋਇਆ। ਉਸ ਤੋਂ ਬਾਅਦ ਸਪਤ ਰਿਸ਼ੀ ਇੱਕ ਜਿਹੜੇ ਹੈ, ਜਿਨ੍ਹਾਂ ਦੇ ਵਿੱਚ ਰਿਸ਼ੀ ਦੱਤਾਤਰੇय, ਅਗਸਤ ਮੁਨੀ, ਗੌਤਮ ਰਿਸ਼ੀ, ਇਸ ਤਰ੍ਹਾਂ 7 ਰਿਸ਼ੀ ਜਿਹੜੇ ਹੈ ਉਹ ਇਸ ਸੰਸਾਰ ਦੇ ਵਿੱਚ ਪਰਮਾਤਮਾ ਨੇ ਸੰਸਾਰ ਦਾ ਕਲਿਆਣ ਕਰਨ ਵਾਸਤੇ ਭੇਜੇ। ਰਾਮਚੰਦਰ ਔਰ ਕ੍ਰਿਸ਼ਨ ਅਵਤਾਰ ਵੀ ਜਿਹੜੇ ਉਹ ਪਰਮਾਤਮਾ ਦਾ ਨਾਮ ਸਿਮਰਨ ਕਰਨ ਵਾਸਤੇ ਇਸ ਸੰਸਾਰ ਦੇ ਵਿੱਚ ਸਾਧ ਸੰਗਤ ਨੂੰ ਸਮਝਾਉਣ ਲਈ, ਪਰਮਾਤਮਾ ਦੇ ਨਾਮ ਦੇ ਰਸਤੇ ਲਾਉਣ ਲਈ ਇਹਨਾਂ ਨੂੰ ਭੇਜਿਆ ਗਿਆ। ਤੋ ਸਾਧ ਸੰਗਤ ਜੀ, ਜਿਨ੍ਹਾਂ ਵੀ ਰੂਹਾਂ ਨੂੰ ਜੋ ਕੰਮ, ਜੋ ਪਾਵਰਾਂ ਦੇ ਕੇ ਭੇਜਿਆ ਗਿਆ, ਉਹਨਾਂ ਨੇ ਉਹਨਾਂ ਪਾਵਰਾਂ ਨੂੰ ਆਪਣੇ ਤਰੀਕੇ ਨਾਲ ਵਰਤਿਆ। ਕਿਸੇ ਨੇ ਮਰਯਾਦਾ ਪੁਰਸ਼ੋਤਮ ਹੋ ਕੇ ਇਹ ਮਾਰਗ ਨੂੰ ਅੱਗੇ ਵਧਾਇਆ ਔਰ ਪਰਮਾਤਮਾ ਦਾ ਨਾਮ ਸਿਮਰਨ ਕਰਾਇਆ। ਕਿਸੇ ਨੇ ਰੂਹ ਔਰ ਮਾਲਕ ਦੀ, ਰੂਹ ਔਰ ਰੱਬ ਦੀ ਮਿਲਣ ਦੀ ਇੱਕ ਜਿਹੜੀ ਵਿਚਾਰਧਾਰਾ ਸੀ, ਉਸ ਨੂੰ ਆਪਣੇ ਤਰੀਕੇ ਨਾਲ ਲੀਲਾ ਕਰਕੇ ਪਰਮਾਤਮਾ ਤੱਕ ਇਸ ਰੂਹ ਨੂੰ ਪਹੁੰਚਾਇਆ।
ਔਰ ਕੁਛ ਨੇ ਪਰਮਾਤਮਾ ਨੂੰ ਦੁਐਤ ਅਦਵੈਤ ਪੰਥ ਚੱਲੇ, ਉਸ ਤਰੀਕਿਆਂ ਦੇ ਨਾਲ ਸਮਝਾਇਆ। ਕੁਛ ਨਿਰਮਲ ਪੰਥ ਚੱਲੇ, ਉਹਨਾਂ ਨੇ ਉਸ ਤਰੀਕੇ ਨਾਲ ਪਰਮਾਤਮਾ ਦੇ ਮਿਲਣ ਦਾ ਰਸਤਾ ਸਮਝਾਇਆ। ਯਾਨੀ ਗੁਰੂ ਸਾਹਿਬ ਕਹਿੰਦੇ ਆ ਕਿ ਸਗਲ ਮਤਾਂਤ ਕੇਵਲ ਹਰਿ ਨਾਮ। ਸਾਰਿਆਂ ਮਤਾਂ ਦੇ ਵਿੱਚ, ਸਾਰੇ ਸੰਪਰਦਾਇ ਦੇ ਵਿੱਚ, ਸਾਰੇ ਸਮੁਦਾਇਆਂ ਦੇ ਵਿੱਚ, ਸਾਰੇ ਧਰਮ ਜਿਹੜੇ ਭਾਗ ਹੈ, ਧਰਮ ਵੱਖਰੇ ਵੱਖਰੇ ਜੋ ਹੈ, ਕਿਸੇ ਵੀ ਤਰ੍ਹਾਂ ਦਾ ਧਰਮ ਜਿਹੜਾ ਹੈ ਉਸ ਦੇ ਵਿੱਚ ਸਿਰਫ ਅਤੇ ਸਿਰਫ ਪਰਮ ਪਿਤਾ ਪਰਮਾਤਮਾ ਦਾ ਨਾਮ ਹੀ ਸ਼ੁਭਾਇਮਾਨ ਹੁੰਦਾ ਹੈ। ਪਰਮਾਤਮਾ ਦੀ ਹੀ ਭਗਤੀ ਹੁੰਦੀ ਹੈ, ਪਰਮਾਤਮਾ ਦੀ ਹੀ ਸ਼ਰਨਾਗਤ ਹੁੰਦੀ ਹੈ, ਪਰਮਾਤਮਾ ਨਾਲ ਹੀ ਰੂਹ ਜਿਹੜੀ ਹੈ ਉਹ ਪ੍ਰੇਮ ਕਰਦੀ ਹੈ। ਔਰ ਪ੍ਰੇਮ ਹੀ ਇੱਕ ਚਾਬੀ ਹੈ, ਇੱਕ ਕੁੰਜੀ ਹੈ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ। ਨਾਮ ਸਿਮਰਨ ਔਰ ਸੇਵਾ ਦੋ ਤਰੀਕੇ ਹੈ। ਪ੍ਰੇਮ ਦੁਆਰਾ ਨਾਮ ਸਿਮਰਨ ਕੀਤਾ ਜਾਵੇ, ਪ੍ਰੇਮ ਦੁਆਰਾ ਸੇਵਾ ਕੀਤੀ ਜਾਵੇ ਪਰਮ ਪਿਤਾ ਪਰਮਾਤਮਾ ਦੀ। ਪਰਮ ਪਿਤਾ ਪਰਮਾਤਮਾ ਦੀ ਅਨੇਕ ਰੂਪ, ਏਕ ਤੋਂ ਅਨੇਕ ਰੂਪ ਹੋਈ ਸਾਧ ਸੰਗਤ ਦੀ, ਜਿਸ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ। ਹਰ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ। ਗੁਰੂ ਸਾਹਿਬ ਨੇ ਕਿਹਾ ਹੈ, ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਯੋ ਪੁਕਾਰ। ਇਸ ਤਰ੍ਹਾਂ ਦੇ ਨਾਲ ਸੰਸਾਰ ਦੇ ਵਿੱਚ ਜਿੰਨੇ ਵੀ 23 ਅਵਤਾਰ ਆਏ ਹੈ, ਉਹ ਆਪਣਾ ਕਰਮ ਕਮਾ ਕੇ ਚਲੇ ਗਏ ਹੈ। ਪਰਮਾਤਮਾ ਨਾਲ ਜੋੜ ਕੇ ਜਿੰਨੀ ਸੰਗਤ ਜਿਸ ਤਰੀਕੇ ਨਾਲ ਵੀ ਜੁੜੀ, ਉਸ ਤਰੀਕੇ ਨਾਲ ਜੋੜਿਆ। ਔਰ ਪਰਮਾਤਮਾ ਦੀ ਜਦੋਂ ਉਹਨਾਂ ਦਾ ਸਮਾਂ ਪੂਰਾ ਹੋ ਗਿਆ, ਉਦੋਂ ਉਹ ਇਸ ਸੰਸਾਰ ਨੂੰ ਛੱਡ ਕੇ ਪਰਮਾਤਮਾ ਦੇ ਚਰਨਾਂ 'ਚ ਨਿਵਾਸੇ। ਪਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਪਰਮਾਤਮਾ ਨੇ ਜਿਨ੍ਹਾਂ ਲੋਕਾਂ ਨੂੰ, ਜਿਨ੍ਹਾਂ ਅਵਤਾਰਾਂ ਨੂੰ ਜੋ ਕਾਰਜ ਬਖਸ਼ੇ ਸੀ, ਉਹ ਕਾਰਜ ਬੇਸ਼ੱਕ ਉਹ ਕਰਦੇ ਰਹੇ, ਪਰ ਸੰਪੂਰਨਤਾ ਨਹੀਂ ਬਖਸ਼ੀ। ਇਸ ਕਰਕੇ ਉਹਨਾਂ ਨੂੰ ਪਰਮ ਪਿਤਾ ਪਰਮਾਤਮਾ ਦੇ ਸੱਚਖੰਡ ਦੇ ਦੁਆਰੇ ਦਾ ਆਸਣ ਨਹੀਂ ਮਿਲਿਆ। ਪਰਮਾਤਮਾ ਦਾ ਦਰਸ਼ਨ ਜਿਹੜਾ ਸੀ ਉਹ ਸੱਚਖੰਡ ਦੇ ਵਿੱਚ ਉਹਨਾਂ ਨੂੰ ਮੰਡਲ ਦੇ ਵਿੱਚ ਬੈਠ ਕੇ ਉਹ ਨਹੀਂ ਪ੍ਰਾਪਤ ਹੋਇਆ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਨਾਲ ਜਿਵੇਂ ਧਰੂ ਨੇ ਭਗਤੀ ਕੀਤੀ ਆਪਣੇ ਪਿਤਾ ਦਾ ਰਾਜ ਪ੍ਰਾਪਤ ਕਰਨ ਵਾਸਤੇ। ਧਰੂ ਨੇ ਭਗਤੀ ਤਾਂ ਸ੍ਰੇਸ਼ਟ ਕੀਤੀ, ਪਰ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ ਭਗਤੀ ਨਹੀਂ ਕੀਤੀ, ਬਲਕਿ ਉਸ ਦੀ ਸੁਰਤੀ ਜਿਹੜੀ ਸੀ ਉਹ ਸਿਰਫ ਅਤੇ ਸਿਰਫ ਪਿਤਾ ਦੇ ਰਾਜ ਪ੍ਰਾਪਤ ਕਰਨ ਤੱਕ ਹੀ ਸੀਮਤ ਰਹਿ ਗਈ। ਔਰ ਉਸ ਭਗਤੀ ਦਾ ਫਲ ਪਰਮਾਤਮਾ ਨੇ ਧਰੁਵ ਨੂੰ ਇਹ ਦਿੱਤਾ ਕਿ ਆਪਣੇ ਸੱਚਖੰਡ ਦੇ ਵਿੱਚ ਉਸ ਨੂੰ ਨਿਵਾਸ ਨਹੀਂ ਬਖਸ਼ਿਆ, ਪਰ ਸੱਚਖੰਡ ਤੋਂ ਥੱਲੇ 1 ਲੱਖ ਯੋਜਨ ਧਰੁਵ ਦਾ ਸਥਾਨ ਹੈ। ਉੱਥੇ ਉਹ ਸਦਾ ਲਈ ਮਤਲਬ ਨਿਹਚਲ ਆਸਣ ਟਿਕਾਣੇ ਦੇ ਉੱਤੇ ਆਪਣਾ ਆਸਣ ਬਣਾ ਕੇ ਬੈਠੇ ਹੋਏ ਆ। ਔਰ ਜਿਸ ਦਾ ਜਿਹੜੀ ਭਗਤੀ ਦਾ ਵਿਸ਼ੇਸ਼ਤਾ ਸਨਮਾਨ ਜਿਹੜਾ ਹੈ, ਜਾਂ ਉਸ ਦੀ ਪ੍ਰਸ਼ੰਸਾ ਜਿਹੜੀ ਹੈ, ਜਾਂ ਉਸ ਦੀ ਅਸੀਂ ਕਹਿ ਲਈਏ ਕਿ ਵਿਅਕਤੀਗਤ ਰੂਪ ਦੇ ਵਿੱਚ ਜੋ ਉਸ ਦੀ ਹਸਤੀ ਸੀ, ਉਸ ਦਾ ਸਨਮਾਨ ਜਿਹੜਾ ਹੈ ਉਹ ਇਹ ਹੈ ਕਿ ਸਾਰੇ ਦਾ ਸਾਰਾ ਤਾਰਾ ਮੰਡਲ ਜਿਹੜਾ ਹੈ ਉਹ ਧਰੂਵ ਦੇ ਦੁਆਲੇ ਘੁੰਮਦਾ ਹੈ, ਪਰ ਧਰੂਵ ਦਾ ਆਸਣ ਜਿਹੜਾ ਹੈ ਉਹ ਨਿਹਚਲ ਹੈ। ਇਹ ਭਗਤੀ ਦਾ ਫਲ ਪਰਮਾਤਮਾ ਨੇ ਦਿੱਤਾ, ਬਲਕਿ ਸੱਚਖੰਡ ਦੇ ਦੁਆਰੇ ਤੇ ਧਰੂਵ ਨੂੰ ਵੀ ਨਹੀਂ ਆਸਣ ਮਿਲਿਆ, ਪ੍ਰਹਲਾਦ ਨੂੰ ਵੀ ਨਹੀਂ ਮਿਲਿਆ। ਹੋਰ ਜਿੰਨੇ ਵੀ ਦੇਵਤੇ ਹੈ, ਉਹਨਾਂ ਨੂੰ ਕਿਸੇ ਨੂੰ ਵੀ ਪਰਮਾਤਮਾ ਦੇ ਸੱਚਖੰਡ ਦਾ ਆਸਣ ਨਹੀਂ ਮਿਲਿਆ। ਔਰ ਸੰਸਾਰ ਦੇ ਵਿੱਚ ਸਾਧ ਸੰਗਤ ਜੀ, ਪਹਿਲੀ ਵਾਰੀ ਪਰਮਾਤਮਾ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਨਵਾਂ ਪੰਥ ਚਲਾਉਣ ਵਾਸਤੇ ਸਰਬ ਸ਼ਕਤੀਆਂ ਦੇ ਕੇ, ਸਤਿਗੁਰੂ ਦੀ ਪਦਵੀ ਦੇ ਕੇ, ਆਪਣਾ ਆਪ ਸਰੂਪ ਨਿਰੰਕਾਰ ਸਰੂਪ ਦੇ ਕੇ ਗੁਰੂ ਨਾਨਕ ਦੇਵ ਜੀ ਨੂੰ ਇਸ ਸੰਸਾਰ ਦੇ ਵਿੱਚ ਭੇਜਿਆ। ਔਰ ਸੰਸਾਰ ਦਾ ਭਲਾ ਕਰਨ ਵਾਸਤੇ ਨਾਮ ਮੰਤਰ ਜਿਹੜਾ ਸੀ ਸੱਚਖੰਡ ਦੇ ਉੱਤੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪਰਮਾਤਮਾ ਤੋਂ ਲੈ ਕੇ ਆਏ, ਜਿਹੜਾ ਮੂਲ ਮੰਤਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਔਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹ ਸ਼ੁਰੂਆਤ ਦੇ ਵਿੱਚ ਦਰਜ ਹੈ। ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਸ਼ੁਰੂਆਤ ਦੇ ਵਿੱਚ ਦਰਜ ਹੈ, ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ।
ਤੋ ਸਾਧ ਸੰਗਤ ਜੀ, ਇਹ ਬਾਣੀ ਜਿਹੜੀ ਫਿਰ ਤੁਰਕੀ ਬਾਣੀ ਅਖਵਾਉਂਦੀ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਈ। ਇਹ ਤੁਰਕੀ ਬਾਣੀ ਇਸ ਕਰਕੇ ਅਖਵਾਉਂਦੀ ਹੈ ਕਿ ਪਰਮਾਤਮਾ ਦੇ ਮੁਖ ਤੋਂ ਹੋਇਆ ਉਚਾਰਨ ਜਿਹੜਾ ਸੀ ਮੂਲ ਮੰਤਰ, ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਦੇ ਵਿੱਚ ਦਰਜ ਕੀਤਾ, ਔਰ ਉਸ ਤੋਂ ਬਾਅਦ ਪਰਮਾਤਮਾ ਦੇ ਹੁਕਮ ਨਾਲ ਜੋ ਵੀ ਬਾਣੀ ਆਈ ਉਹ ਮਰਦਾਨੇ ਨੂੰ ਕਹਿੰਦੇ ਸੀ, ਮਰਦਾਨਿਆਂ ਬਾਣੀ ਆਈ ਹੈ ਰਬਾਬ ਵਜਾ। ਔਰ ਜਿਵੇਂ ਕਿ ਇੱਕ ਸ਼ਬਦ ਸਾਨੂੰ ਇਹ ਗੱਲ ਵੀ ਸਮਝਾਉਂਦਾ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਗਿਆਨ ਦਾ ਪ੍ਰਕਾਸ਼ ਲਾਲੋ ਨੂੰ ਸਮਝਾਉਂਦੇ ਹੋਏ ਕਹਿੰਦੇ ਆ ਕਿ ਜਿਹੋ ਜਿਹੀ ਬਾਣੀ ਪਰਮਾਤਮਾ ਵੱਲੋਂ ਮੈਨੂੰ ਆਉਂਦੀ ਹੈ, ਉਹ ਹੀ ਗਿਆਨ ਤੈਨੂੰ ਲਾਲੋ ਮੈਂ ਬਖਸ਼ ਰਿਹਾ ਹਾਂ। ਤੋ ਇਸ ਤਰ੍ਹਾਂ ਦੇ ਨਾਲ ਇਹ ਸਾਰੀ ਦੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਪਰਮਾਤਮਾ ਵੱਲੋਂ ਉਚਾਰਨ ਹੋਈ ਆਈ ਹੈ, ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮੁਖ ਤੋਂ ਉਚਾਰਨ ਕਰਕੇ ਹਸਤ ਲਿਖਤ ਕਰਕੇ ਗੁਰਬਾਣੀ ਨੂੰ ਇੱਕ ਪੋਥੀ ਦਾ ਰੂਪ ਦੇ ਦਿੱਤਾ, ਜੋ ਕਿ ਬਾਅਦ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੋ ਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਰੂਪ ਧਾਰਨ ਕੀਤਾ। ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਸ੍ਰੀ ਗੁਰੂ ਭਾਵ ਆਦਿ ਗੁਰੂ ਜੋ ਪਰਮ ਪਿਤਾ ਪਰਮਾਤਮਾ ਸੱਚਖੰਡ ਦੇ ਵਿੱਚ ਸੁੰਨ ਸਮਾਧ ਲਗਾ ਕੇ ਆਪਣਾ ਨਾਮ ਆਪ ਹੀ ਸਿਮਰਨ ਕਰ ਰਿਹਾ ਸੀ। ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹ ਆਦਿ ਸ੍ਰੀ ਗੁਰੂ ਹੈ, ਉਹ ਆਦਿ ਸ੍ਰੀ ਗੁਰੂ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ ਸਾਧ ਸੰਗਤ ਜੀ। ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਤੋਂ ਬਾਅਦ ਜੁਗੋ ਜੁਗ ਅਟਲ ਸਤਿਗੁਰੂ ਦੀ ਪਦਵੀ ਪ੍ਰਾਪਤ ਹੈ, ਕਿਉਂਕਿ ਇਹ ਪਰਮ ਪਿਤਾ ਪਰਮਾਤਮਾ ਦਾ ਸਰੂਪ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 10 ਗੁਰੂ ਸਾਹਿਬਾਨ ਦੀ ਜਿੱਥੇ ਜੋਤ ਹੈ, ਉੱਥੇ ਪਰਮ ਪਿਤਾ ਪਰਮਾਤਮਾ ਦੀ ਵੀ ਜੋਤ ਹਾਜ਼ਰ ਹੈ। ਪਰ ਪ੍ਰਗਟ ਕਰਨ ਵਾਲੀ ਰੂਹ ਜਿਹੜੀ ਹੈ ਉਹ ਸ਼ਰਨਾਗਤ ਹੋਵੇ, ਪਰਮਾਤਮਾ ਦੀ ਭਗਤੀ ਕਰੇ, ਪਰਮਾਤਮਾ ਨਾਲ ਪ੍ਰੇਮ ਕਰੇ, ਔਰ ਪ੍ਰੇਮ ਕੀਤਿਆਂ ਹੀ ਪ੍ਰਾਪਤੀ ਹੋਏਗੀ। ਕਿਉਂਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤੀ ਹੋਈ ਹੈ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਾਚ ਕਹੂੰ ਸੁਣ ਲਿਓ ਸਭੇ, ਸਾਰੇ ਸੰਸਾਰ ਦੇ ਲੋਕੋ ਸੁਣ ਲਓ। ਅੱਜ ਦਾ ਗੁਰੂ ਜੋ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਅੱਗੇ ਜੁਗੋ ਜੁਗ ਅਟਲ ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਦਾ ਸਰੂਪ ਧਾਰਨ ਕਰਨਗੇ। ਉਸ ਤੋਂ ਬਾਅਦ ਸਤਿਗੁਰੂ ਕੋਈ ਨਹੀਂ ਆਏਗਾ, ਬ੍ਰਹਮ ਗਿਆਨੀ ਹੋ ਸਕਦੇ ਹੈ, ਮਹਾਪੁਰਸ਼ ਹੋ ਸਕਦੇ ਆ, ਬ੍ਰਹਮ ਵੇਤਾ ਹੋ ਸਕਦੇ ਹੈ, ਗੁਰਮੁਖ ਹੋ ਸਕਦੇ ਆ, ਖਾਲਸੇ ਹੋ ਸਕਦੇ ਆ, ਸੰਤ ਹੋ ਸਕਦੇ ਆ, ਇਹ ਹੋ ਸਕਦੇ ਆ। ਪਰ ਸਤਿਗੁਰੂ ਦੀ ਪਦਵੀ ਜਿਹੜੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਅੱਜ ਤੋਂ ਲੈ ਕੇ ਜੁਗੋ ਜੁਗ ਅਟਲ ਤੱਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਸਤਿਗੁਰੂ ਦੀ ਪਦਵੀ ਹੈ। ਸਤਿਗੁਰੂ ਦੀ ਪਦਵੀ ਜਿਹੜੀ ਹੈ, ਸਤਿਗੁਰੂ ਆਪਣੇ ਆਪ ਦੇ ਵਿੱਚ ਬੇਸ਼ੱਕ ਕੋਈ ਆਪਣੇ ਆਪ ਨੂੰ ਸਤਿਗੁਰੂ ਅਖਵਾਈ ਜਾਵੇ, ਪਰ ਵਾਸਤਵ ਦੇ ਵਿੱਚ ਪਰਮਾਤਮਾ ਵੱਲੋਂ ਵੈਲਿਡ ਜੋ ਸਤਿਗੁਰੂ ਹੈ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਕਿਉਂਕਿ ਗੁਰੂ ਨਾਨਕ ਦੇਵ ਜੀ ਨੂੰ ਸਤਿਗੁਰੂ ਦੀ ਪਦਵੀ ਸਾਹਿਬ ਸ੍ਰੀ ਗੁਰੂ ਪਰਮ ਪਿਤਾ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਨੇ ਆਪ ਬਖਸ਼ੀ ਸੀ। ਔਰ ਉਹੀ ਗੁਰੂ ਨਾਨਕ ਜੋਤ ਜਿਹੜੀ ਹੈ 10 ਗੁਰੂ ਸਾਹਿਬਾਨ ਦੇ ਵਿੱਚ ਵਿਚਰਦੀ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੁਆਰਾ ਉਹ ਜੋਤ ਜਿਹੜੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਖ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੁਗੋ ਜੁਗ ਅਟਲ ਗੁਰੂ ਦੀ ਪਦਵੀ ਬਖਸ਼ ਕੇ ਉਸ ਤੋਂ ਬਾਅਦ ਸਤਿਗੁਰੂ ਦੀ ਪਦਵੀ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਦਿੱਤੀ। ਜਿਵੇਂ ਗੁਰੂ ਨਾਨਕ ਨੇ ਦੂਜੇ ਪਾਤਸ਼ਾਹ ਨੂੰ, ਦੂਜੇ ਨੇ ਤੀਜੇ ਨੂੰ, ਤੀਜੇ ਨੇ ਚੌਥੇ ਨੂੰ, ਚੌਥੇ ਨੇ ਪੰਜਵੇਂ ਨੂੰ, ਪੰਜਵੇਂ ਨੇ ਛੇਵੇਂ ਨੂੰ, ਛੇਵੇਂ ਨੇ ਸੱਤਵੇਂ ਨੂੰ, ਔਰ ਸੱਤਵੇਂ ਨੇ ਅੱਠਵੇਂ ਨੂੰ, ਅੱਠਵੇਂ ਨੇ ਨੌਵੇਂ ਨੂੰ, ਔਰ ਨੌਵੇਂ ਨੇ 10ਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉਹ ਜੋਤ ਜਿਹੜੀ ਸੀ ਸਤਿਗੁਰੂ ਦੀ ਗੁਰੂ ਨਾਨਕ ਜੋਤ ਜਿਹੜੀ ਸੀ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ ਦਿੱਤੀ। ਔਰ ਅੱਜ ਗੁਰੂ ਨਾਨਕ ਦੀ ਜੋਤ ਜਿਹੜੀ ਹੈ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਰਾਜਮਾਨ ਹੈ। ਔਰ ਉਹ ਜੋਤ ਵੀ ਨਿਰੰਕਾਰ ਸਰੂਪ ਹੈ, ਕਿਉਂਕਿ ਗੁਰੂ ਸਾਹਿਬ ਕਹਿੰਦੇ ਹੈ ਹਰ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਇਸ ਲਈ ਪਰਮਾਤਮਾ ਹੀ ਨਿਰੰਕਾਰ ਸਰੂਪ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਸਨ।
ਔਰ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਅੱਜ ਦੀ ਘੜੀ ਤੋਂ ਲੈ ਕੇ ਅੱਜ ਤੋਂ ਬਾਅਦ ਸਾਰੇ ਕਲਯੁਗ ਦੇ ਜਾਂ ਅੱਗੇ ਆਉਣ ਵਾਲੇ ਯੁਗਾਂ ਦੇ ਵਿੱਚ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਦੀ ਪਦਵੀ ਤੇ ਵਿਰਾਜਮਾਨ ਰਹਿਣਗੇ। ਔਰ ਅੱਜ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਹਿਰਾ ਸੱਚਖੰਡ ਦੇ ਮਹਿਲ ਦੇ ਵਿੱਚ, ਸੱਚਖੰਡ ਦੇ ਪਰਮਾਤਮਾ ਦੇ ਦੁਆਰੇ ਦੇ ਉੱਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਹਿਰਾ ਹੈ। ਔਰ ਸਤਿਗੁਰੂ ਨਾਨਕ ਦੇਵ ਜੀ ਦੀ ਹੀ ਜੋ ਵਿਧੀ ਹੈ, ਜੋ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਜੋ ਬਾਣੀ ਜੋ ਬਖਸ਼ੀ ਹੈ ਪਰਮਾਤਮਾ ਵੱਲੋਂ ਉਚਾਰਨ ਕੀਤੀ ਗੁਰੂ ਨਾਨਕ ਦੇਵ ਜੀ ਨੇ, ਉਹੀ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਦਾ ਪਹਿਰਾ ਹੀ ਪਰਮਾਤਮਾ ਦੇ ਸ਼ਰਨਾਂ ਦੇ ਵਿੱਚ ਸਾਨੂੰ ਸਾਡੀ ਰੂਹ ਨੂੰ ਪਿਆਰ ਸਦਕਾ, ਸਿਮਰਨ ਸਦਕਾ, ਸੇਵਾ ਸਦਕਾ ਪਰਮਾਤਮਾ ਦੇ ਨਾਲ ਦਰਸ਼ਨ ਕਰਾ ਦਿੰਦਾ, ਪਰਮਾਤਮਾ ਦੇ ਨਾਲ ਮਿਲਣ ਕਰਾ ਦਿੰਦਾ। ਤੋ ਸਾਧ ਸੰਗਤ ਜੀ ਅੱਜ ਦੇ ਯੁੱਗ ਦੇ ਵਿੱਚ ਜਿੰਨੇ ਵੀ ਯੁੱਗ ਹੈ ਇਹ ਅਲੱਗ-ਅਲੱਗ ਰਸਤੇ ਹੈ, ਅਲੱਗ-ਅਲੱਗ ਪੱਗ ਡੰਡੀਆਂ ਹੈ। ਕੋਈ ਕ੍ਰਿਸ਼ਨ ਦੇ ਰਸਤੇ ਚੱਲ ਕੇ ਪਰਮਾਤਮਾ ਦੀ ਪ੍ਰਗਤੀ ਕਰਦਾ ਹੈ, ਕੋਈ ਰਾਮ ਦੇ ਰਸਤੇ ਚੱਲ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ, ਕੋਈ ਕਿਸੇ ਹੋਰ ਸੰਤ ਮਹਾਂਪੁਰਸ਼ ਦੀ ਭਗਤੀ ਦੇ ਰਸਤੇ ਚੱਲ ਕੇ ਉਹ ਪਰਮਾਤਮਾ ਦੀ ਭਗਤੀ ਕਰਦਾ। ਸਾਰੇ ਦਾ ਸਾਰਾ ਜੀਵ ਜਿਹੜਾ ਹੈ ਜੋ ਵੀ ਗੁਰਮੁਖ ਬਣ ਜਾਂਦਾ ਹੈ ਉਹ ਪਰਮਾਤਮਾ ਦੀ ਭਗਤੀ, ਪਰਮਾਤਮਾ ਦੇ ਰਸਤੇ ਚੱਲ ਕੇ ਪਰਮਾਤਮਾ ਦੇ ਨਾਮ ਔਰ ਪਰਮਾਤਮਾ ਦੇ ਸਰੂਪ ਨੂੰ ਪੂਜਾ ਕਰਦਾ ਹੋਇਆ ਪਰਮਾਤਮਾ ਦੇ ਦਰਸ਼ਦਾਰੇ ਕਰਦਾ ਔਰ ਪਰਮਾਤਮਾ ਦੀ ਸ਼ਰਨ ਦੇ ਵਿੱਚ ਇਹ ਵਿਰਾਜਮਾਨ ਹੋ ਜਾਂਦਾ ਹੈ। ਜਿਸ ਰੂਹ ਨੇ ਇਹ ਪਰਮਪਿਤਾ ਪਰਮਾਤਮਾ ਦੀ ਪਦਵੀ ਨੂੰ ਪ੍ਰਾਪਤ ਕਰ ਲਿਆ, ਪਰਮ ਪਦ ਨੂੰ ਪ੍ਰਾਪਤ ਕਰ ਲਿਆ, ਉਸ ਤੋਂ ਬਾਅਦ ਜੀਵਤ ਪਦ ਨੂੰ ਪ੍ਰਾਪਤ ਕਰ ਲਿਆ, ਉਸ ਤੋਂ ਬਾਅਦ ਅੰਬਰਾ ਪਦ ਨੂੰ ਪ੍ਰਾਪਤ ਕਰ ਲਿਆ, ਉਸ ਤੋਂ ਬਾਅਦ ਕਵਲਿਆ ਮੋਕਸ਼ ਨੂੰ ਸੱਚਖੰਡ ਦੇ ਵਿੱਚ ਪਹੁੰਚ ਕੇ ਇਸ ਰੂਹ ਨੇ ਪ੍ਰਾਪਤ ਕਰ ਲਿਆ। ਔਰ ਉੱਥੇ ਪਰਮਾਤਮਾ ਜੀ ਕਵਲਿਆ ਮੋਕਸ਼ ਬਖਸ਼ ਕੇ ਉਸ ਰੂਹ ਨੂੰ ਉਸ ਦਾ ਆਵਾਗਮਨ ਜਿਹੜਾ 84 ਲੱਖ ਜੂਨੀਆਂ ਦਾ ਹੈ ਉਹ ਕੱਟਿਆ ਜਾਂਦਾ ਹੈ। ਉਹ ਰੂਹ ਜਿਹੜੀ ਹੈ ਬੰਧਨਾਂ ਤੋਂ ਮੁਕਤ ਹੋ ਕੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਹਮੇਸ਼ਾ ਦਰਸ਼ਦਾਰੇ ਕਰਦੇ ਹੋਏ ਪਰਮਾਤਮਾ ਦੇ ਸੱਚਖੰਡ ਦੇ ਮਹਿਲ ਦੇ ਵਿੱਚ ਵਿਰਾਜਮਾਨ ਰਹਿੰਦੀ ਹੈ। ਉਸ ਨੂੰ ਉੱਥੇ ਉਸ ਦਾ ਆਸਣ ਪ੍ਰਾਪਤ ਹੁੰਦਾ ਹੈ, ਉਸ ਨੂੰ ਪਰਮਾਤਮਾ ਦੇ ਦਰਸ਼ਦਾਰੇ ਪ੍ਰਾਪਤ ਹੁੰਦੇ ਹੈ। ਜੇ ਕਿਤੇ ਪਰਮਾਤਮਾ ਫਿਰ ਆਗਿਆ ਦੇਵੇ ਅਤੇ ਉਸ ਰੂਹ ਨੂੰ ਸੰਸਾਰ ਦੇ ਵਿੱਚ ਮਹਾਂਪੁਰਸ਼ ਬਣਾ ਕੇ, ਬ੍ਰਹਮ ਗਿਆਨੀ ਬਣਾ ਕੇ ਜਾਂ ਕੋਈ ਵੀ ਐਸੀ ਪਦਵੀ ਦੇ ਕੇ ਸੰਸਾਰ ਦੇ ਵਿੱਚ ਸੰਸਾਰ ਦੇ ਲੋਕਾਂ ਦਾ ਭਲਾ ਕਰਨ ਵਾਸਤੇ ਭੇਜਦੇ ਆ ਸਤਿਗੁਰੂ ਜੀ, ਜਾਂ ਉਸ ਜੋਤ ਨੂੰ ਆਪਣੀ ਜੋਤ ਦੇ ਵਿੱਚ ਅਭੇਦ ਕਰ ਲੈਂਦੇ ਆ। ਇਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਪਾਰ ਬ੍ਰਹਮ ਪਰਮੇਸ਼ਰ, ਜਿਸ ਨੂੰ ਅਸੀਂ ਗੁਰ ਪਰਮੇਸ਼ਰ, ਪਾਰ ਬ੍ਰਹਮ ਪਰਮੇਸ਼ਰ ਕਹਿੰਦੇ ਹਾਂ। ਉਹ ਸਾਧ ਸੰਗਤ ਜੀ ਇਹ ਸਾਰੀ ਭਗਤੀ ਦਾ ਰਸਤਾ ਜਿਹੜਾ ਜਿੰਨੇ ਵੀ ਮਤਾਂਤ ਹੈ, ਜਿੰਨੇ ਵੀ ਮਤ ਹੈ, ਜਿੰਨੇ ਵੀ ਸਮੁਦਾਇ ਹੈ, ਜਿੰਨੇ ਵੀ ਸੰਪਰਦਾਇ ਹੈ, ਇਹ ਸਾਰੀਆਂ ਦੇ ਸਾਰੀ ਦਾ ਰਸਤਾ ਜਿਹੜਾ ਹੈ ਉਹ ਕੇਵਲ ਹਰ ਨਾਮ ਪਰਮਾਤਮਾ ਦਾ ਨਾਮ ਹੈ। ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਿਆਂ, ਪਰਮਾਤਮਾ ਦੇ ਨਾਮ ਦੀ ਭਗਤੀ ਕਰਿਆ, ਪਰਮਾਤਮਾ ਦੇ ਨਾਮ ਦੇ ਗੁਣਾਂ ਨੂੰ ਪ੍ਰਾਪਤ ਕਰਿਆ, ਪਰਮਾਤਮਾ ਦੇ ਸੇਵਾ ਕਰਿਆ, ਸਿਮਰਨ ਕਰਿਆ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਤੋ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਨਾਲ ਸਾਹਿਬ ਸ੍ਰੀ ਗੁਰੂ ਪਰਮ ਪਿਤਾ ਪਾਰ ਬ੍ਰਹਮ ਪਰਮੇਸ਼ਰ ਹੀ ਸਾਰੀ ਸ੍ਰਿਸ਼ਟੀ ਦੇ ਵਿੱਚ ਇੱਕੋ ਇੱਕ ਕਰਤਾ ਹੈ। ਸਾਰੀ ਸ੍ਰਿਸ਼ਟੀ ਨੂੰ ਉਹ ਆਪ ਹੀ ਚਲਾਉਂਦਾ ਹੈ। ਇਹ ਸਾਨੂੰ ਇੱਕ ਭੁਲੇਖਾ ਲੱਗਿਆ ਹੋਇਆ ਹੈ ਕਿ ਅਸੀਂ ਆਪ ਕੁਛ ਕਰ ਰਹੇ ਹਾਂ, ਅਸੀਂ ਕਰ ਰਹੇ ਹਾਂ, ਇਹ ਸਾਨੂੰ ਭੁਲੇਖਾ ਹੈ। ਇਹੀ ਸਾਡੀ ਹਉਮੈ ਹੈ। ਜਿੰਨਾ ਚਿਰ ਇਹ ਭਰਮ ਸਾਡਾ ਨਹੀਂ ਟੁੱਟਦਾ ਕਿ ਸਭ ਕੁਛ ਕਰਨ ਵਾਲਾ ਕਰਤਾ ਪਾਰ ਬ੍ਰਹਮ ਕਰਨ ਕਾਰਨ ਪਰਮੇਸ਼ਰ ਸਮਰੱਥ ਪਾਰ ਬ੍ਰਹਮ ਪਰਮੇਸ਼ਰ ਆਪ ਹੈ, ਉਹਨਾਂ ਚਿਰ ਸਾਨੂੰ ਪਰਮ ਪਿਤਾ ਪਰਮਾਤਮਾ ਦੇ ਦਰਸ਼ਦਾਰੇ ਨਹੀਂ ਹੋਣਗੇ, ਉਹਨਾਂ ਚਿਰ ਪਰਮਾਤਮਾ ਦੀ ਭਗਤੀ ਨਹੀਂ ਹੋਏਗੀ। ਤੋ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਨਾਲ ਜਿਹੜੇ ਵੀ ਗੁਰਮੁਖ ਪਿਆਰੇ ਇਸ ਤਰ੍ਹਾਂ ਦੇ ਨਾਲ ਪਰਮਾਤਮਾ ਦੀ ਸ਼ਰਨ ਦੇ ਵਿੱਚ ਲੱਗ ਜਾਂਦੇ ਆ, ਉਹਨਾਂ ਨੂੰ ਪਰਮਾਤਮਾ ਦੇ ਦਰਸ਼ਦਾਰੇ ਜ਼ਰੂਰ ਹੁੰਦੇ ਆ। ਗੁਰੂ ਸਾਹਿਬ ਕਹਿੰਦੇ ਆ ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਇਸ ਤਰ੍ਹਾਂ ਦੀ ਪ੍ਰਾਪਤੀ ਕਰਨ ਲੱਗਿਆਂ ਜਿੱਥੇ ਸੇਵਾ ਸਿਮਰਨ ਕਰਨਾ ਪੈਂਦਾ ਹੈ, ਉੱਥੇ ਅਵਗੁਣਾਂ ਨੂੰ ਛੱਡ ਕੇ ਗੁਣਾਂ ਦੀ ਪ੍ਰਾਪਤੀ ਵੀ ਬਹੁਤ ਜ਼ਰੂਰੀ ਹੈ। ਸਾਡਾ ਆਚਰਨ ਬਹੁਤ ਸ਼ੁੱਧ ਹੋਣਾ ਚਾਹੀਦਾ ਹੈ। ਸਤਿਗੁਰੂ ਨਾਲ ਪਰਮਾਤਮਾ ਦੀ ਸ਼ਰਨ ਦੇ ਵਿੱਚ ਬੈਠ ਕੇ ਸਾਡਾ ਪ੍ਰੇਮ ਜਿਹੜਾ ਹੈ ਅਨੰਨ ਭਗਤੀ ਵਾਲਾ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਸਾਡੀ ਭਗਤੀ ਹੋਵੇ ਕਿ ਕਦੇ ਵੀ ਅਸੀਂ ਪਰਮਾਤਮਾ ਦੇ ਸਰੂਪ ਦਾ, ਪਰਮਾਤਮਾ ਦੇ ਚਰਨਾਂ ਦਾ, ਪਰਮਾਤਮਾ ਦੇ ਨਾਮ ਦਾ ਕਦੇ ਵੀ ਵਿਸਾਰਾ ਨਾ ਕਰੀਏ, ਅਤੇ ਫਿਰ ਸਾਨੂੰ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ
ਹੋ ਜਾਂਦੀ ਹੈ। ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਜੋ ਵੀ ਰੂਹਾਂ ਇਸ ਰਸਤੇ 'ਤੇ ਚੱਲਦੀਆਂ ਉਹਨਾਂ ਨੂੰ ਅਵੱਸ਼ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਪਰ ਜ਼ਰੂਰਤ ਹੈ ਅੱਜ ਦੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਸਹਾਰਾ ਲੈਣ ਦੀ, ਗੁਰਬਾਣੀ ਦਾ ਓਟ ਆਸਰਾ ਲੈਣ ਦੀ, ਕਿਉਂਕਿ ਬਾਣੀ ਜਿਹੜੀ ਹੈ ਉਹ 5 ਪ੍ਰਕਾਰ ਦੀ ਹੈ। ਬਾਣੀ 4 ਪ੍ਰਕਾਰ ਦੀ ਹੈ, 4 ਬਾਣੀਆਂ 4 ਖਾਣੀਆਂ। ਤੋ ਇਹ ਬਾਣੀਆਂ ਜਿਹੜੀਆਂ ਨਾ, ਸਭ ਤੋਂ ਪਹਿਲਾਂ ਪਰਾ ਬਾਣੀ ਜੋ ਪਰਮਾਤਮਾ ਦੇ ਮੁਖ ਤੋਂ ਉਚਰੀ ਸੀ, ਓਮ, ਜਿਸ ਨੂੰ ਪਰਮਾਤਮਾ ਨੇ ਬਾਅਦ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਇੱਕ ਓਂਕਾਰ ਕਰਕੇ ਪ੍ਰਗਟ ਕੀਤਾ। ਅੱਜ ਇੱਕ ਓਂਕਾਰ ਪਰਮਪਿਤਾ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਔਰ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ, ਸਾਰੀ ਸ੍ਰਿਸ਼ਟੀ ਨੂੰ ਦੇਣ ਵਾਲਾ ਹੈ, ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਸਾਰੀ ਸ੍ਰਿਸ਼ਟੀ ਨੂੰ ਵਿਨਾਸ਼ਣ ਵਾਲਾ ਹੈ। ਜੇ ਕਿਤੇ ਹੁਕਮ ਆਵੇ ਤਾਂ ਸਾਰੀ ਦੀ ਸਾਰੀ ਧਰਤੀ ਨੂੰ ਪਲਟ ਕੇ ਪਰਲੋ ਵੀ ਉਹ ਲਿਆ ਸਕਦਾ ਹੈ। ਇਹ ਉਸ ਦੀ ਸ਼ਕਤੀ ਹੈ, ਇਹ ਪਰਮਪਿਤਾ ਪਰਮਾਤਮਾ ਦੀ ਸ਼ਕਤੀ ਹੈ ਔਰ ਸਾਰੇ ਕਾਰਜ ਪਰਮਪਿਤਾ ਪਰਮਾਤਮਾ ਆਪ ਹੀ ਕਰਦਾ ਹੈ। ਗੁਰਮੁਖਾਂ ਨੂੰ ਵੀ ਬਾਂਹ ਫੜ ਕੇ ਆਪਣੀ ਸ਼ਰਨ, ਆਪਣੇ ਪਿਆਰ ਦੇ ਵਿੱਚ ਲਾਉਣਾ, ਆਪਣੇ ਨਾਮ ਦੇ ਵਿੱਚ ਲਾਉਣਾ, ਆਪਣੇ ਮਾਰਗ 'ਤੇ ਚਲਾਉਣਾ, ਧਰਮ ਦੇ ਮਾਰਗ 'ਤੇ ਚਲਾਉਣਾ ਔਰ ਫਿਰ ਇੱਥੋਂ ਤੱਕ ਕਿ ਪਰਮਾਤਮਾ ਦੀ ਪ੍ਰੇਮ ਦੀ ਸ਼ਕਤੀ ਜਿਹੜੀ ਹੈ ਉਸ ਦੁਆਰਾ ਪਰਮਾਤਮਾ ਆਪਣੀ ਕਿਰਪਾ ਕਰਕੇ ਆਪਣੇ ਨਾਲ ਆਪਣੀ ਰੂਹ ਨੂੰ ਜੋੜ ਲੈਂਦਾ ਹੈ। ਪਰ ਲੋੜ ਹੈ ਸਿਰਫ ਸਾਡੀ ਰੂਹ ਨੂੰ ਪਰਮਾਤਮਾ ਦੀ ਸ਼ਰਨ ਹੋਣ ਦੀ, ਪਰਮਾਤਮਾ ਨੂੰ ਮੰਨ ਲੈਣ ਦੀ। ਜੇ ਪਰਮਾਤਮਾ ਨੂੰ ਅਸੀਂ ਮੰਨ ਲਿਆ, ਪ੍ਰੇਮ ਕਰਕੇ, ਪ੍ਰੀਤ ਕਰਕੇ ਅਸੀਂ ਸ਼ਰਨਾਗਤ ਹੋ ਗਏ ਅਤੇ ਫਿਰ ਸਾਨੂੰ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਤੋ ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਕਰਦਾ ਹੋਇਆ ਦਾਸ ਸ਼ਮਨ ਦਾ ਜਾਚਕ ਹੈ। ਸਾਧ ਸੰਗਤ ਜੀ, ਇੱਕ ਬੇਨਤੀ ਹੈ ਕਿ ਜਿਨ੍ਹਾਂ ਵੀ ਗੁਰਮੁਖ ਪਿਆਰਿਆਂ ਨੇ ਜਾਂ ਇਹ ਰੂਹਾਂ ਨੇ ਦਾਸ ਦਾ ਚੈਨਲ ਵਾਹਿਗੁਰੂ ਜੋਤ ਸਬਸਕ੍ਰਾਈਬ ਨਹੀਂ ਕੀਤਾ, ਉਹ ਸਬਸਕ੍ਰਾਈਬ ਕਰੋ, ਅੱਗੇ ਹੋਰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਔਰ ਹੋ ਸਕੇ ਤੇ ਹਰ ਵੀਡੀਓ ਨੂੰ ਸੇਵ ਕਰਕੇ ਆਪਣੇ ਸਦਾ ਲਈ ਸੁਣਨ ਵਾਸਤੇ ਇਹ ਵੀਡੀਓ ਸੇਵ ਕਰ ਲਓ। ਇਹ ਮੇਰੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।